ਖੇਤੀਬਾੜੀ ਕਾਨੂੰਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਦੇ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਕਿਸਾਨ ਜਥੇਬੰਦੀਆਂ ਨੂੰ। ਭਲਕੇ ਇਹ ਮੀਟਿੰਗ ਹੋਣੀ ਹੈ, ਪਰ ਇਸ ਮੀਟਿੰਗ ਤੋਂ ਪਹਿਲਾਂ ਇੱਕ ਵੱਡਾ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਕਰ ਦਿੱਤਾ ਗਿਆ ਹੈ। जी हाँ, किसान मजदूर संघर्ष कमेटी दे सूबा प्रधान ने इस मीटिंग विच शामिल होने तो साफ तौर पे इनकार कर दिता है। किसान मजदूर संघर्ष कमेटी दी अज कोर कमेटी दी मीटिंग हुई है। उस मीटिंग तो बाद ये फैसला लिया गया है कि किसान मजदूर संघर्ष कमेटी जो कल केंद्र सरकार दे नाल खेतीबाड़ी कानूनां नूं लैके मीटिंग होनी है, उस मीटिंग दे विच शमूलियत नहीं की जाएगी। इस तो पहला भी एक बार केंद्र सरकार ने मीटिंग का सद्दा दिता सी। उस मीटिंग दे विच भी सारियां किसान जथेबंदियां ने साफ तौर पर इनकार कर दिता सी कि वह इस मीटिंग विच शामिल नहीं होणगे, पर भलके मीटिंग होनी है। ते मीटिंग तो पहला यह वड्डा ऐलान किसान मजदूर संघर्ष कमेटी ने किया है, जिस विच उन्हां साफ तौर पर आख दिता है कि कल जो केंद्र सरकार दे नाल खेती कानूनां नूं लैके मीटिंग होनी है, उस मीटिंग दे विच शमूलियत नहीं करनगे, क्योंकि इस मीटिंग दे विच हरियाणा के किसानां नूं भी सद्दा दिता जाना चाहिदा सी ते मुख मंत्री दे नाल देश के प्रधानमंत्री नरेंद्र मोदी दे वल्लों इह सद्दा दिता जाना चाहिदा सी, जिस करके ही किसान मजदूर संघर्ष कमेटी ने इस मीटिंग विच शामिल होने तो साफ तौर पर इनकार कर दिता है। इस खबर के होर अपडेट के लिए मेरे सहयोगी हरदीप भोगल जुड़ चुके हैं। उन्हां तो जानते हैं कि अज जो हरदीप किसान मजदूर संघर्ष कमेटी ने ऐलान किया है कि वो इस जो कल मीटिंग होगी उस में शामिल नहीं होंगे, बल्कि हले बाकी किसान जथेबंदियों का फैसला होना बाकी है कि वो शमूलियत करेंगे या नहीं। इस बाबत तुहाडे कोल की अपडेट है? जी नवदीप, सब तो पहले तो दस दी कि जी बैठक सदी गई है वो 14 अक्तूबर की सदी गई है। इस तो पहला 8 अक्तूबर तक कहा गया सीगा केंद्र की सरकार वालों ते जिहड़ी चिट्ठी पहला आई सी वो सैकटरी दे नाम तो आई सी, पर्सनल तौर पे इनवाइट किया गया सी। उहदे विच इह गल आखी गई सी कि ਅਸੀਂ ਤੁਹਾਨੂੰ ਸੱਦਾ ਦਿੰਦੇ ਆ ਕਿ ਇਹ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਨੇ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਜਿਹੜਾ ਸੰਘਰਸ਼ ਵਿੱਢਿਆ ਗਿਆ ਉਸ ਤੋਂ ਬਾਅਦ ਇਹ ਫਰਕ ਤਾਂ ਜ਼ਰੂਰ ਆ ਗਿਆ ਸੀਗਾ ਕਿ ਪਹਿਲਾਂ ਕਿਹਾ ਗਿਆ ਸੀਗਾ ਕਿ ਜਿਹੜੇ ਬਿੱਲ ਨੇ ਉਹਨਾਂ ਬਾਰੇ ਗੱਲ ਕਰਾਂਗੇ, ਪਰ ਜਦੋਂ ਹੁਣ ਐਤਕੀ ਲੈਟਰ ਆਈ ਹੈ ਉਹ ਕੇਂਦਰ ਸਰਕਾਰ ਦੇ ਲੈਟਰ ਹੈਡ ਤੇ ਆਈ ਹੈ ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਵੀ ਤੁਹਾਡੇ ਸੰਘਰਸ਼ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਪਰ ਇਹ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਹੈਗਾ ਕਿ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਹੋਵੇਗੀ, ਸੈਕਟਰੀ ਦੇ ਨਾਲ ਮੁਲਾਕਾਤ ਹੋਵੇਗੀ, ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋਵੇਗੀ। ਤੇ ਇਸੇ ਸ਼ੰਕੇ ਨੂੰ ਦੂਰ ਕਰਨ ਦੇ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਦੇਖੋ ਜੇ ਕੇਂਦਰ ਦੇ ਲੈਟਰ ਹੈਡ ਤੋਂ ਕੋਈ ਲੈਟਰ ਆ ਰਿਹਾ ਤਾਂ ਉਹ ਸੈਕਟਰੀ ਵੱਲੋਂ ਵੀ ਆ ਸਕਦਾ, ਖੇਤੀਬਾੜੀ ਮੰਤਰੀ ਵੱਲੋਂ ਵੀ ਆ ਸਕਦਾ, ਪ੍ਰਧਾਨ ਮੰਤਰੀ ਵੱਲੋਂ ਵੀ ਆ ਸਕਦਾ। ਉਹਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਅਜਿਹਾ ਕੀਤਾ ਗਿਆ ਕਿ ਅਸੀਂ ਕਿ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਸਿੱਧੇ ਤੌਰ ਤੇ ਕਿਸਾਨਾਂ ਦੀ ਮੰਗ ਹੈ ਕਿ ਹੁਣ ਜਿਸ ਪੱਧਰ ਤੱਕ ਇਹ ਸੰਘਰਸ਼ ਵੱਧ ਚੁੱਕਾ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਸਿੱਧੀ ਮੁਲਾਕਾਤ ਹੋਣੀ ਚਾਹੀਦੀ ਹੈ, ਤਾਂ ਹੀ ਇਹਦਾ ਕੋਈ ਹੱਲ ਨਿਕਲੂਗਾ। ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਉਹਦੇ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਉਹਨਾਂ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਡਾਇਟ ਸਾਹਮਣੇ ਆਈ ਹੈ, ਉਹਨਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ, ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਵੀ ਇਹੀ ਗੱਲ ਆਖੀ ਹੈ ਕਿ ਸਾਨੂੰ ਹੱਲੇ ਵੀ ਕੋਈ ਕਲੀਅਰ ਨਹੀਂ ਕੀਤਾ ਗਿਆ, ਕੋਈ ਸਾਫ਼ ਨਹੀਂ ਕੀਤਾ ਗਿਆ ਕਿ ਇਸ ਮੁਲਾਕਾਤ ਦੇ ਵਿੱਚ ਕੇਸ ਦੇ ਨਾਲ ਮਿਲਾਇਆ ਜਾਵੇਗਾ। ਤੇ ਜੇ ਸਾਡੀ ਮੰਗ ਜਿਹੜੀ ਹੈ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਦੀ ਉਹ ਨਹੀਂ ਮੰਨੀ ਜਾਂਦੀ ਤਾਂ ਅਸੀਂ ਇਸ ਬੈਠਕ ਦਾ ਹਿੱਸਾ ਨਹੀਂ ਬਣਾਂਗੇ। ਦੱਸ ਦਈਏ ਕਿ ਪਹਿਲਾਂ ਇੱਕ ਬੈਠਕ ਜਿਹੜੀ ਸੀਗੀ ਕਿਸਾਨ ਕਮੇਟੀ ਦੇ ਵੱਲੋਂ ਪਹਿਲਾਂ ਵੀ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਸੀ, ਫਿਰ ਹੁਣ ਦੁਬਾਰਾ ਟਾਈਮ ਰੱਖਿਆ ਗਿਆ ਸੀ ਜਲੰਧਰ ਦੇ ਵਿੱਚ ਬੈਠਕ ਦਾ, ਜਿਹਨੂੰ ਤਰਤੀਬ ਕਾ ਚੇਂਜ ਕਰਦੇ ਹੋਏ ਤਾਂ ਉਸ ਨੂੰ ਹੁਣ ਦੁਬਾਰਾ ਚੰਡੀਗੜ੍ਹ ਦੇ ਵਿੱਚ ਕੀਤਾ ਜਾਵੇਗਾ। ਕੱਲ ਨੂੰ 13 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਦੁਬਾਰਾ ਕਿਸਾਨਾਂ ਦੀ 30 ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਬੈਠਣਗੀਆਂ, ਵਿਚਾਰ ਚਰਚਾ ਹੋਵੇਗੀ। ਕਿਉਂਕਿ ਕੇਂਦਰ ਦੇ ਵੱਲੋਂ ਜਿਹੜੀ ਲੈਟਰ ਆਈ ਹੈ ਉਸ ਦੇ ਵਿੱਚ ਜਵਾਬ ਮੰਗਿਆ ਗਿਆ ਕਿ ਸਾਡੀ ਮੁਲਾਕਾਤ ਕਿਸ ਨਾਲ ਕਰਵਾਈ ਜਾਵੇਗੀ, ਇਸ ਦੇ ਬਾਰੇ ਸਾਨੂੰ ਸਾਫ਼ ਤੇ ਸਪਸ਼ਟ ਦੱਸਿਆ ਜਾਵੇ, ਕਿਉਂਕਿ ਲੈਟਰ ਦੇ ਵਿੱਚ ਕੁਝ ਨਹੀਂ ਦੱਸਿਆ ਗਿਆ। ਤੇ ਕੱਲ ਨੂੰ ਹੁਣ ਜਿਹੜੀ ਬੈਠਕ ਹੋਣੀ ਹੈ ਉਹਦੇ ਵਿੱਚ ਕਲੀਅਰ ਕੀਤਾ ਜਾਊਗਾ ਕਿ ਜਾਣਾ ਜਾਂ ਨਹੀਂ ਜਾਣਾ, ਕਿਉਂਕਿ 14 ਅਕਤੂਬਰ ਦਾ ਸੱਦਾ ਦਿੱਤਾ ਗਿਆ। ਤਾਂ ਦੂਜੇ ਪਾਸੇ ਦੇਖਿਆ ਜਾਵੇ ਕਿਸਾਨ ਸੰਘਰਸ਼ ਕਮੇਟੀ ਜਿਹੜੀ ਹੈ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਉਹਨੇ ਸਾਫ਼ ਤੌਰ ਤੇ ਇਹ ਕਹਿ ਦਿੱਤਾ ਵੀ ਜਿਹੜੀਆਂ ਮੰਗਾਂ ਸਾਡੀਆਂ ਨੇ ਉਹਨਾਂ ਵੱਲ ਹੱਲੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਮੁਲਾਕਾਤ ਕਿਹਦੇ ਨਾਲ ਹੋਣੀ ਹੈ ਉਹ ਵੀ ਨਹੀਂ ਹੱਲੇ ਦੱਸਿਆ ਜਾ ਰਿਹਾ। ਜਿੰਨਾ ਚਿਰ ਇਹ ਚੀਜ਼ਾਂ ਨਹੀਂ ਦੱਸੀਆਂ ਜਾਂਦੀਆਂ ਤਾਂ ਉਹਨਾਂ ਚਿਰ ਅਸੀਂ ਇਸ ਬੈਠਕ ਦਾ ਹਿੱਸਾ ਨਹੀਂ ਬਣਾਂਗੇ। ਜੀ ਬਿਲਕੁਲ ਹਰਦੀਪ, ਇਸ ਤੋਂ ਪਹਿਲਾਂ ਵੀ ਜਦੋਂ ਮੁੱਖ ਮੰਤਰੀ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੀ ਤਾਂ ਉਸ ਮੀਟਿੰਗ ਦੇ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਾਣ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਸੀ ਤੇ ਕਿਸਾਨ ਭਵਨ ਦੇ ਵਿੱਚ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਉਸ ਮੀਟਿੰਗ ਦੇ ਵਿੱਚ ਜੋ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸ਼ਮੂਲੀਅਤ ਨਹੀਂ ਕਰ ਰਹੇ। ਸੋ ਕਿਤੇ ਨਾ ਕਿਤੇ ਬਾਕੀ ਜਥੇਬੰਦੀਆਂ ਦੇ ਨਾਲੋਂ ਇੱਕ ਵੱਖਰਾ ਰਾਹ ਤੇ ਕਿਤੇ ਨੇ ਤੁਰ ਤਾਂ ਨਹੀਂ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ।
ਦੇਖੋ ਜੀ, ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ, ਜਿਹੜਾ ਸੰਘਰਸ਼ ਪੰਜਾਬ ਦੇ ਵਿੱਚ ਵਿੱਢਿਆ ਗਿਆ ਉਹਦੇ ਵਿੱਚ ਬਹੁਤ ਇਕਸਾਰਤਾ ਨਜ਼ਰ ਆ ਰਹੀ ਹੈ। ਜੇ ਕੋਈ ਵੀ ਅਲੱਗ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਿੱਧੇ ਤੌਰ ਤੇ ਵੱਖ ਕਰ ਦਿੱਤਾ ਜਾਂਦਾ ਹੈ। ਇਸ ਦੀ ਉਦਾਹਰਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖੀ ਵੀ ਸੀ। ਇੱਕ ਕਿਸਾਨ ਜਥੇਬੰਦੀ ਦੇ ਵੱਲੋਂ ਅਲੱਗ ਤੌਰ ਤੇ ਪਟੀਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ 31 ਦੇ ਵਿੱਚੋਂ 30 ਜਥੇਬੰਦੀਆਂ ਨੇ ਉਸ ਦਾ ਵਿਰੋਧ ਕਰਦੇ ਹੋਏ ਬਾਈਕਾਟ ਕਰ ਦਿੱਤਾ, ਜਿਸ ਨੂੰ ਇਹ ਕਿਹਾ ਗਿਆ ਜਿੰਨਾ ਚਿਰ ਉਹ ਆਪਣੀ ਪਟੀਸ਼ਨ ਦਾ ਵਾਪਸ ਲੈਣ ਦਾ ਸਬੂਤ ਲੈ ਕੇ ਸਾਡੇ ਕੋਲ ਨਹੀਂ ਹੁੰਦਾ ਤੇ ਮਾਫੀ ਨਹੀਂ ਮੰਗਦਾ, ਉਹਨਾਂ ਚੱਕਰ ਉਸ ਨੂੰ ਦੁਬਾਰਾ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਤੇ ਹੁਣ ਉਸ ਤਰੀਕੇ ਦੇ ਨਾਲ ਹੀ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ, ਜਿਵੇਂ ਕਿ ਲੱਖੋਵਾਲ ਪਾਰਟੀ ਨੂੰ ਜੇ ਵੱਖ ਕਰ ਦਿੱਤਾ ਗਿਆ ਸੀ, ਜੇ ਹੋਰ ਕੋਈ ਵੀ ਪਾਰਟੀ ਜਾਂ ਕਮੇਟੀ ਜਿਹੜੀ ਹੈ ਇਸ ਸੰਘਰਸ਼ ਦਾ ਹਿੱਸਾ ਹੈ ਉਹ ਵੱਖ ਚੱਲੇਗੀ ਤਾਂ ਯਕੀਨਨ ਹੈ ਕਿ ਬਾਕੀ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਇਕਸਾਰਤਾ ਦਿਖਾ ਰਹੀਆਂ ਨੇ, ਇਕਜੁੱਟਤਾ ਦਿਖਾ ਰਹੀਆਂ ਨੇ, ਤਾਂ ਉਹਨਾਂ ਦੇ ਖਿਲਾਫ ਵੱਖਰਾ ਕਦਮ ਲਿਆ ਜਾ ਸਕਦਾ। ਪਰ ਇਸ ਵੇਲੇ ਜੋ ਕਿਸਾਨ ਸੰਘਰਸ਼ ਕਮੇਟੀ ਹੈ ਉਸ ਦਾ ਜੋ ਫੈਸਲਾ ਉਹ ਵਾਜਬ ਨਜ਼ਰ ਆ ਰਿਹਾ, ਕਿਉਂਕਿ ਕਾਰਨ ਨਹੀਂ ਦੱਸਿਆ ਗਿਆ, ਕਿਸ ਦੇ ਨਾਲ ਮੁਲਾਕਾਤ ਕਰਵਾਈ ਜਾਵੇਗੀ ਉਹ ਵੀ ਨਹੀਂ ਦੱਸਿਆ ਗਿਆ। ਤਾਂ ਜਿੰਨਾ ਚੱਕਰ ਇਹ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਨੇ, ਮੇਰੀਆਂ ਬਾਕੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋਈ, ਲੱਖੋਵਾਲ ਡਕੌਂਦਾ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਹੁਣੀ ਥੋੜਾ ਚਿਰ ਪਹਿਲਾਂ ਗੱਲ ਹੋਈ ਸੀ। ਡਕੌਂਦਾ ਵਾਲਿਆਂ ਨਾਲ ਜਾਂ ਰਾਜੇਵਾਲ ਜਿਹੜੇ ਨੇ ਉਹਨਾਂ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਵੀ ਸਾਫ਼ ਤੌਰ ਤੇ ਇਹੀ ਨਜ਼ਰ ਆਇਆ ਕਿ ਹਾਲੇ ਸਿੱਧੇ ਤੌਰ ਤੇ ਉਹ ਵੀ ਮੰਗ ਕਰ ਰਹੇ ਨੇ ਕਿ ਸਾਨੂੰ ਸਪਸ਼ਟ ਕੀਤਾ ਜਾਵੇ ਕਿ ਬੈਠਕ ਕਿਸ ਦੇ ਨਾਲ ਹੋਵੇਗੀ। ਜਿੰਨੇ ਤੱਕ ਇਹ ਨਹੀਂ ਸਪਸ਼ਟ ਹੁੰਦਾ ਉਹਨਾਂ ਤੱਕ ਅਸੀਂ ਇਸ ਬੈਠਕ ਦਾ ਹਿੱਸਾ ਬਣਨ ਦੇ ਲਈ ਤਿਆਰ ਨਹੀਂ ਹਾਂ। ਜੀ ਬਿਲਕੁਲ, ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਨੂੰ ਇਨਸਾਫ ਦਿਵਾਏਗੀ, ਪਰ ਜੋ ਪੰਜਾਬ ਸਰਕਾਰ ਦੇ ਵੱਲੋਂ ਇਸ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ, ਉਸ ਕਮੇਟੀ ਦਾ ਵੀ ਬਾਈਕਾਟ ਕਰ ਦਿੱਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ, ਤੇ ਉਸ ਕਮੇਟੀ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ। ਇਸ ਬਾਬਤ ਤੁਹਾਡੇ ਕੋਲ ਕੀ ਜਾਣਕਾਰੀ ਹੈ? ਜੀ ਨਵਦੀਪ, ਜੇ ਅਸੀਂ ਗੱਲ ਕਰੀਏ ਪਿਛਲੇ ਕੁਝ ਦਿਨਾਂ ਤੋਂ ਸਾਰੇ ਹੀ ਸਿਆਸਤਦਾਨਾਂ ਦਾ ਬਾਈਕਾਟ ਕੀਤਾ ਜਾ ਰਿਹਾ, ਕਿਉਂਕਿ ਸੂਬਾ ਸਰਕਾਰ ਦੇ ਹੱਥ ਬਸ ਉਨੀ ਪਾਵਰ ਨਹੀਂ ਜਿੰਨੀ ਕੇਂਦਰ ਦੇ ਹੱਥ ਦੇ ਵਿੱਚ ਹੈਗੀ ਹੈ। ਤੇ ਨਾਲ ਦੀ ਨਾਲ ਇਸ ਵੇਲੇ ਤਾਂ ਪਿੰਡਾਂ, ਗਲੀਆਂ ਤੇ ਹੋਰ ਜਿਹੜੇ ਕਸਬੇ ਨੇ ਉਹਨਾਂ ਦੇ ਵਿੱਚ ਇਹੀ ਦੇਖਣ ਨੂੰ ਮਿਲ ਰਿਹਾ ਕਿ ਸਿਆਸਤਦਾਨਾਂ ਦਾ ਸਿੱਧੇ ਤੌਰ ਤੇ ਬਾਈਕਾਟ ਕੀਤਾ ਜਾ ਰਿਹਾ, ਜੋ ਕਿ ਇਸ ਸੰਘਰਸ਼ ਨੂੰ ਵੱਡੇ ਪੱਧਰ ਤੇ ਤਾਕਤ ਦੇ ਰਿਹਾ, ਕਿਉਂਕਿ ਇਹ ਨਿਰੋਲ ਕਿਸਾਨਾਂ ਦਾ, ਮਜ਼ਦੂਰਾਂ ਦਾ, ਆਮ ਲੋਕਾਂ ਦਾ ਸੰਘਰਸ਼ ਬਣ ਗਿਆ। ਇਸ ਦੇ ਵਿੱਚ ਕਿਸੇ ਵੀ ਸਿਆਸਤਦਾਨ ਨੂੰ ਜਿਹੜਾ ਉਹ ਜਾਣ ਨਹੀਂ ਦਿੱਤਾ ਜਾਂਦਾ। ਜਿਹੜੀਆਂ ਵੀ ਇਹ ਕਮੇਟੀਆਂ ਬਿਠਾਈਆਂ ਜਾਂਦੀਆਂ ਨੇ, ਜੇ ਸਿੱਧੇ ਸ਼ਬਦਾਂ 'ਚ ਅਸੀਂ ਗੱਲ ਕਰਨੀ ਹੋਵੇ ਤਾਂ ਇਹ ਕਿਤੇ ਨਾ ਕਿਤੇ ਗੁੰਮਰਾਹ ਕਰਨ ਵਾਲੀਆਂ ਕਮੇਟੀਆਂ ਹੁੰਦੀਆਂ ਨੇ। ਇਹਨਾਂ ਦੇ ਵਿੱਚੋਂ ਕੋਈ ਵਧੀਆ ਗੱਲ ਜਿਹੜੀ ਹੈ ਉਹ ਨਹੀਂ ਨਿਕਲਦੀ। ਇਹ ਸਿਰਫ ਤੇ ਸਿਰਫ ਮਸਲਾ ਜਿਹੜਾ ਹੁੰਦਾ ਉਹਨੂੰ ਟਾਲਣ ਦੀ ਕੋਸ਼ਿਸ਼ ਹੁੰਦੀ ਹੈ, ਪਰ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਸਰਕਾਰ ਨੇ ਮਸਲੇ ਨੂੰ ਟਾਲਣ ਜਾਂ ਗੁੰਮਰਾਹ ਕਰਨ ਦੇ ਲਈ ਬੈਠਕ ਦਾ ਕਮੇਟੀ ਦਾ ਗਠਨ ਕੀਤਾ। ਪਰ ਨਾਲ ਦੀ ਨਾਲ ਇਹ ਵੀ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਸੰਘਰਸ਼ ਇਸ ਵੇਲੇ ਚੱਲ ਰਿਹਾ ਉਸ ਦੇ ਵਿੱਚ ਸਾਫ਼ ਤੌਰ ਤੇ ਨਿਰੋਲ ਆਮ ਲੋਕਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਇਹ ਧਰਨਾ ਹੈਗਾ, ਸੰਘਰਸ਼ ਹੈਗਾ, ਤਾਂ ਉਹਦੇ ਵਿੱਚ ਕਿਸੇ ਵੀ ਸਿਆਸਤਦਾਨ ਦੇ, ਕਿਸੇ ਵੀ ਪੈਂਤੜੇ ਨੂੰ ਆਪਾਂ ਕਹ ਲਈਏ ਨਿਸ਼ਟੋ ਨਾਬੂਦ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਇਕਸਾਰਤਾ ਦਿਖਾ ਰਹੀਆਂ ਨੇ। ਇਸੇ ਕਰਕੇ ਕੋਈ ਵੀ ਜਿਹੜੀ ਇਦਾਂ ਦੀ ਕਮੇਟੀ ਬਿਠਾਈ ਜਾ ਰਹੀ ਹੈ ਜਾਂ ਕੋਈ ਵੀ ਇਦਾਂ ਦਾ ਕੰਮ ਕੀਤਾ ਜਾ ਰਿਹਾ ਸਿਆਸਤਦਾਨਾਂ ਦੇ ਵੱਲੋਂ ਖਾਸ ਕਰਕੇ, ਤਾਂ ਉਸ ਨੂੰ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਉਸ ਦਾ ਬਾਈਕਾਟ ਕੀਤਾ ਜਾ ਰਿਹਾ ਜਾਂ ਉਸ ਨੂੰ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ। ਜੀ ਬਿਲਕੁਲ, ਯਾਨੀ ਕਿ ਹਰਦੀਪ, ਅਜੇ ਵੀ ਕੇਂਦਰ ਸਰਕਾਰ ਕਿਸਾਨਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਰਹੀ ਹੈ ਤੇ ਕਲੀਅਰ ਨਹੀਂ ਕਰ ਰਹੀ ਕਿ ਆਖਿਰ ਮੀਟਿੰਗ ਕਿਸ ਦੇ ਨਾਲ ਹੋਣੀ ਹੈ, ਤੇ ਕੱਲ ਨੂੰ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਜਿਸ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਨਕਾਰ ਕਰ ਦਿੱਤਾ ਹੈ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ, ਤਾਂ ਬਾਕੀ ਕਿਸਾਨ ਜਥੇਬੰਦੀਆਂ ਦੀ ਕੀ ਰਾਏ ਹੈ, ਇਸ ਮੀਟਿੰਗ ਵਿੱਚ ਸ਼ਾਮਿਲ ਹੋਣਾ ਹੈ ਜਾਂ ਨਹੀਂ, ਉਸ ਬਾਬਤ ਆਪਣੇ ਕੋਲ ਕੱਲ ਤੱਕ ਜਾਣਕਾਰੀ ਸਾਹਮਣੇ ਆ ਸਕੇਗੀ। ਜੀ ਬਿਲਕੁਲ, ਇਸ ਵੇਲੇ ਮੈਂ ਹੁਣੀ ਥੋੜਾ ਜਿਹਾ ਪਹਿਲਾਂ ਜ਼ਿਕਰ ਕਰਕੇ ਹਟਿਆ, ਕੁਝ ਕਿਸਾਨ ਆਗੂਆਂ ਦੇ ਨਾਲ ਮੇਰੀ ਗੱਲਬਾਤ ਹੋਣੀ ਥੋੜਾ ਸਮਾਂ ਪਹਿਲਾਂ ਹੋ ਕੇ ਹਟੀ ਹੈ। ਉਹਨਾਂ ਦੇ ਵੀ ਇਹ ਜ਼ਿਕਰ ਕੀਤਾ ਕਿ ਸਾਨੂੰ ਸਾਡੇ ਸੰਘਰਸ਼ ਤੋਂ ਬਾਅਦ ਇਹ ਤਾਂ ਚੇਂਜ ਹੋਇਆ ਕਿ ਪਹਿਲਾਂ ਸਾਨੂੰ ਪਰਸਨਲ ਤੌਰ ਤੇ ਲੈਟਰ ਆਈਆਂ ਸੀਗੀਆਂ ਤੇ ਹੁਣ ਜਿਹੜੀ ਚਿੱਠੀ ਆਈ ਹੈ ਉਹ ਕੇਂਦਰ ਦੇ ਨੋਟਪੈਡ ਤੇ, ਕੇਂਦਰ ਸਰਕਾਰ ਦੇ ਨੋਟਪੈਡ ਤੇ ਆਈ ਹੈ, ਪਰ ਉਹਦੇ ਵਿੱਚ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਵੀ ਤੁਹਾਡੀ ਮੁਲਾਕਾਤ ਕਿਸ ਨਾਲ ਕਰਾਉਣੀ ਹੈ। ਉਹਦੇ ਵਿੱਚ ਇਹ ਜ਼ਿਕਰ ਜ਼ਰੂਰ ਹੋ ਗਿਆ ਵੀ ਤੁਹਾਡੇ ਸੰਘਰਸ਼ ਨੂੰ ਦੇਖਦੇ ਹੋਏ ਅਸੀਂ ਟੇਬਲ ਤੇ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ, ਪਰ ਉਸ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਖੇਤੀਬਾੜੀ ਮੰਤਰੀ ਗੱਲ ਕਰਨਗੇ, ਸਕੱਤਰ ਗੱਲ ਕਰੇਗਾ ਜਾਂ ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਈ ਜਾਵੇਗੀ। ਸੋ ਉਹ ਸ਼ੰਕਾ ਜਿੰਨਾ ਚਿਰ ਦੂਰ ਨਹੀਂ ਹੁੰਦਾ, ਕਿਸਾਨ ਜਥੇਬੰਦੀਆਂ ਆਗੂਆਂ ਦਾ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਅਸੀਂ ਉਹਨਾਂ ਚਿਰ ਅਗਲਾ ਕਦਮ ਨਹੀਂ ਚੱਕਾਂਗੇ। 14 ਤਰੀਕ ਦੀ ਜਿਹੜੀ ਬੈਠਕ ਦਾ ਸੱਦਾ ਦਿੱਤਾ ਗਿਆ ਉਹਦਾ ਵੀ ਬਾਈਕਾਟ ਕੀਤਾ ਜਾ ਸਕਦਾ, ਜਿਵੇਂ 8 ਅਕਤੂਬਰ ਦੀ ਬੈਠਕ ਦਾ ਕੀਤਾ ਗਿਆ ਸੀ। ਸੋ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਸਾਂਝੀ ਕਰਨ ਦੇ ਲਈ। ਤੁਸੀਂ ਇਸ ਖਬਰ ਤੇ ਨਜ਼ਰ ਬਣਾਏ ਰੱਖੋ, ਅਸੀਂ ਤੁਹਾਡੇ ਤੋਂ ਅਪਡੇਟ ਰਹਿੰਦੇ ਰਵਾਂਗੇ। ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇੱਕ ਵੱਡਾ ਫੈਸਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਿਆ। ਉਹਨਾਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਹੈ ਕਿ ਜੋ 14 ਅਕਤੂਬਰ ਨੂੰ ਕੇਂਦਰ ਸਰਕਾਰ ਦੇ ਨਾਲ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਮੀਟਿੰਗ ਹੋਣੀ ਹੈ, ਉਸ ਮੀਟਿੰਗ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਈ ਵੀ ਆਗੂ ਸ਼ਾਮਿਲ ਨਹੀਂ ਹੋਣਗੇ, ਕਿਉਂਕਿ ਜੋ
ਸੱਦਾ ਦਿੱਤਾ ਗਿਆ ਉਸ ਵਿੱਚ ਇਹ ਗੱਲ ਕਲੀਅਰ ਨਹੀਂ ਕੀਤੀ ਗਈ ਕਿ ਇਹ ਮੀਟਿੰਗ ਜੋ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ ਜਾਂ ਕਿਸੇ ਹੋਰ ਅਧਿਕਾਰੀ ਨਾਲ ਕੀਤੀ ਜਾਵੇਗੀ ਜਾਂ ਜਨਰਲ ਸਕੱਤਰ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਜਿਸ ਨੂੰ ਲੈ ਕੇ ਇਹ ਫੈਸਲਾ ਲਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿ ਉਹਨਾਂ ਦੇ ਵੱਲੋਂ ਇਸ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। ਦੂਜੇ ਪਾਸੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਬਾਕੀ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਹੈ ਉਸ ਬਾਬਤ ਕੱਲ ਨੂੰ ਇੱਕ ਮੀਟਿੰਗ ਬੁਲਾਈ ਗਈ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ। ਉਸ ਦੇ ਵਿੱਚ ਕਲੀਅਰ ਕੀਤਾ ਜਾਵੇਗਾ ਕਿ ਜਿਹੜਾ ਦੁਬਾਰਾ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੱਦਾ ਦਿੱਤਾ ਹੈ ਕਿਸਾਨਾਂ ਨੂੰ, ਤਾਂ ਕੀ ਕਿਸਾਨ ਜਥੇਬੰਦੀਆਂ ਉਸ ਮੀਟਿੰਗ ਵਿੱਚ ਸ਼ਾਮਿਲ ਹੋਣਗੀਆਂ ਜਾਂ ਨਹੀਂ। ਇਸ ਬਾਬਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਵੀ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਕਾਰਨ ਦੱਸਿਆ ਹੈ ਕਿ ਕਿਹੜੇ ਕਾਰਨ ਕਰਕੇ ਉਹਨਾਂ ਨੇ ਇਸ ਮੀਟਿੰਗ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਆ ਸਾਡਾ ਰੇਲ ਪਰੜੀ ਬਸਤੀ ਟੈਂਕਾਂ ਵਾਲੀ ਉੱਤੇ ਲੱਗਾ ਮੋਰਚਾ 19 ਦਿਨ ਸ਼ਾਮਲ ਹੋ ਗਿਆ ਤੇ ਜੋ ਗੱਲਬਾਤ ਦਾ ਸੱਦਾ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਭੇਜਿਆ ਗਿਆ 14 ਤਰੀਕ ਨੂੰ 11:30 ਵਜੇ ਗੱਲਬਾਤ ਕਰਨ ਵਾਸਤੇ ਕ੍ਰਿਸ਼ੀ ਭਵਨ ਵਿੱਚ, ਉਸ ਨੂੰ ਅਸੀਂ ਅੱਜ ਆਪਣੀ ਮੀਟਿੰਗ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਵਿਚਾਰਿਆ ਗਿਆ ਵਾ। ਵਿਚਾਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਵਾ ਕਿ ਇਹ ਜਿਹੜਾ ਸੱਦਾ ਦਿੱਤਾ ਗਿਆ ਵਾ ਇਹ ਇੱਕ ਤੇ ਜੋ ਸਾਡੀ ਮੰਗ ਸੀ ਵੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਆ ਉਹ ਗੱਲਬਾਤ ਲਈ ਸੱਦਣ, ਉਹ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ। ਦੂਸਰੀ ਇਹ ਸੀ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਹਰਿਆਣੇ ਦੇ ਕਿਸਾਨ, ਦੇਸ਼ ਦੇ ਕਿਸਾਨਾਂ ਨੂੰ ਵੀ ਇਹ ਸੱਦਾ ਪੱਤਰ ਵਿੱਚ ਸ਼ਾਮਲ, ਇਸ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਮੁੱਦਾ ਜਿਹੜਾ ਇਹ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਮੁੱਦਾ ਵਾ ਤੇ ਸਾਰਿਆਂ ਨੂੰ ਪਿੰਚ ਕਰ ਰਿਹਾ। ਸਾਰੇ ਅੰਦੋਲਨ ਦੇ ਵਿੱਚ ਆ, ਜਿੰਨੇ ਵੀ ਅੰਦੋਲਨਕਾਰੀ ਕਿਸਾਨ ਆ ਦੇਸ਼ ਦੇ ਵਿੱਚ, ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ। ਪਰ ਕੇਂਦਰ ਸਰਕਾਰ ਵੱਲੋਂ ਸਿਰਫ ਪੰਜਾਬ ਦੇ 29 ਕਿਸਾਨ ਜਥੇਬੰਦੀਆਂ ਨੂੰ ਹੀ ਮੌਕਾ ਸੱਦਾ ਦਿੱਤਾ ਗਿਆ ਵਾ ਵੀ ਉਹ ਮੀਟਿੰਗ ਵਿੱਚ ਸ਼ਾਮਲ ਹੋਣ, ਬਾਕੀਆਂ ਨੂੰ ਜਿਹੜਾ ਵਾ ਉਹ ਸੱਦਾ ਨਹੀਂ ਦਿੱਤਾ ਗਿਆ। ਇਸ ਵਜ੍ਹਾ ਕਰਕੇ ਤੇ ਨਾਲ ਇਹ ਸਪਸ਼ਟ ਨਹੀਂ ਗਾ, ਇਹ ਸਪਸ਼ਟ ਗੱਲ ਨਹੀਂ ਵੀ ਜਿਹੜੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਆ ਉਹ ਕੌਣ ਮੰਤਰੀ ਕਰ ਰਿਹਾ ਜਾਂ ਕੌਣ ਕਰ ਰਿਹਾ ਜਾਂ ਸਕੱਤਰ ਕਰ ਰਿਹਾ, ਉਸ ਬਾਰੇ ਬਿਲਕੁਲ ਸਪਸ਼ਟ ਨਾ ਹੋਣ ਕਰਕੇ ਤੇ ਨਾਲ ਜਿਹੜੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਬਿਆਨ ਆ ਰਹੇ ਆ ਵੀ ਜਿਹੜੇ ਆਰਡੀਨੈਂਸ ਉਹ ਕਿਸੇ ਕੀਮਤ ਤੇ ਰੱਦ ਨਹੀਂ ਹੋ ਸਕਦੇ। ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਕੇਂਦਰ ਸਰਕਾਰ ਦਾ ਜਿਹੜਾ ਗੱਲਬਾਤ ਦਾ ਸੱਦਾ 14 ਤਰੀਕ ਦਾ ਉਹ ਰੱਦ ਕਰ ਦਿੱਤਾ ਤੇ ਅਸੀਂ ਗੱਲਬਾਤ 'ਚ ਨਹੀਂ ਜਾ ਰਹੇ। ਵਾਹਿਗੁਰੂ ਜੀ ਕਾ ਖਾਲਸਾ। ਤਾਂ ਸਤਨਾਮ ਸਿੰਘ ਪੰਨੂ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏਗੀ ਕਿਉਂਕਿ ਉਹ ਜੋ ਲੈਟਰ ਭੇਜਿਆ ਗਿਆ ਕੇਂਦਰ ਸਰਕਾਰ ਨੇ ਉਸ ਦੇ ਵਿੱਚ ਕੁਝ ਵੀ ਕਲੀਅਰੈਂਸ ਨਹੀਂ ਕੀਤੀ ਗਈ ਕਿ ਆਖਿਰ ਉਹ ਮੀਟਿੰਗ ਕਿਹੜੇ ਆਗੂ ਨਾਲ ਹੋਣੀ ਹੈ, ਪ੍ਰਧਾਨ ਮੰਤਰੀ ਨਾਲ ਹੋਣੀ ਹੈ, ਖੇਤੀਬਾੜੀ ਮੰਤਰੀ ਨਾਲ ਹੋਣੀ ਹੈ ਜਾਂ ਫਿਰ ਜਨਰਲ ਸਕੱਤਰ ਦੇ ਨਾਲ। ਦੂਜੇ ਪਾਸੇ ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ, ਉਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਫੈਸਲਾ ਲਿਆ ਜਾਵੇਗਾ ਕਿ ਜੋ ਦੁਬਾਰਾ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਸੱਦਾ ਦਿੱਤਾ ਉਸ ਵਿੱਚ ਕਿਸਾਨ ਜਥੇਬੰਦੀਆਂ ਸ਼ਾਮਿਲ ਹੋਣਗੀਆਂ ਜਾਂ ਨਹੀਂ, ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਾਫ਼ ਤੌਰ ਤੇ ਗੱਲ ਆਖੀ ਹੈ ਕਿ ਇਸ ਜੋ ਮੀਟਿੰਗ ਹੋਣੀ ਹੈ ਇਸ ਦੇ ਵਿੱਚ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਪਰ ਕੇਂਦਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਲਿਆ ਹੈ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ। 14 ਅਕਤੂਬਰ ਨੂੰ ਕੇਂਦਰ ਸਰਕਾਰ ਦੇ ਨਾਲ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣੀ ਹੈ। ਉਸ ਮੀਟਿੰਗ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਨਕਾਰ ਕਰ ਦਿੱਤਾ ਹੈ ਕਿ ਉਹਨਾਂ ਵੱਲੋਂ ਇਸ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ। ਹੁਣ ਵੇਖਣਾ ਹੋਵੇਗਾ ਕਿ ਕੱਲ੍ਹ ਨੂੰ ਜੋ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਕਿ ਉਹ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਤੋਂ ਰਾਜ਼ੀ ਹੁੰਦੇ ਨੇ ਜਾਂ ਨਹੀਂ। ਇਸ ਬਾਰੇ ਕੱਲ੍ਹ ਨੂੰ ਜਾਣਕਾਰੀ ਸਾਂਝੀ ਹੋ ਸਕੇਗੀ। ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ। ਵੇਖਦੇ ਰਹੋ ਸਪੋਕਸਮੈਨ ਟੀਵੀ।